ਤੋਂ ਵੱਡਾ ਕਾਜ਼ ਜਿਹੜਾ ਹੈਗਾ ਉਹ ਹੈ ਉਮਰ ਦੇ ਨਾਲ ਜੋੜਾਂ ਦਾ ਘਸਣਾ, ਜਿਹਨੂੰ ਅਸੀਂ ਆਸਟੀਓਆਰਥਰਾਈਟਿਸ ਕਹਿੰਦੇ ਹਾਂ। ਕਾਮਨ ਆਰਥਰਾਈਟਿਸ ਦੇ ਸਿੰਪਟਮਸ ਨੇ, ਜੋੜਾਂ ਦੇ ਵਿੱਚ ਦਰਦ ਸ਼ੁਰੂ ਹੋ ਜਾਂਦੀ ਹੈ। ਦੂਸਰਾ ਹੈ ਸਵੈਲਿੰਗ, ਜੋੜਾਂ ਦੇ ਵਿੱਚ ਸਵੈਲਿੰਗ ਹੁੰਦੀ ਹੈ। ਜੇ ਆਪਾਂ ਸਿੰਪਲ ਆਰਥਰਾਈਟਿਸ ਦੀ ਗੱਲ ਕਰੀਏ ਤਾਂ ਇਹ ਬੱਚਿਆਂ ਦੇ ਵਿੱਚ ਵੀ ਹੋ ਜਾਂਦਾ। ਆਸਟੀਓਆਰਥਰਾਈਟਿਸ ਹੈ ਜਿਹਨੂੰ ਕਿ ਅਸੀਂ ਕਹਿੰਦੇ ਹਾਂ ਗੋਡਿਆਂ ਦਾ ਘਸ ਜਾਣਾ, ਗਰੀਸ ਦਾ ਮੁੱਕ ਜਾਣਾ। ਕਈ ਲੋਕ CT ਸਕੈਨ ਵੀ ਕਰਾਉਂਦੇ ਆ, MRI ਵੀ ਕਰਾਉਂਦੇ ਆ, ਪਰ ਜਿਹੜਾ ਸਭ ਤੋਂ ਵੱਡਾ ਰੋਲ ਆ ਇਹਦੇ ਵਿੱਚ ਉਹ ਹੈ ਐਕਸਰੇਜ਼ ਦਾ। ਤੀਸਰੀ ਅਤੇ ਚੌਥੀ ਸਟੇਜ ਇਸ ਤਰ੍ਹਾਂ ਦੀ ਹੈ ਜਿਹਦੇ ਵਿੱਚ ਬਿਨਾਂ ਸਰਜਰੀ ਤੋਂ ਪੇਸ਼ੈਂਟ ਠੀਕ ਨਹੀਂ ਹੁੰਦਾ। ਰੋਬੋਟਿਕ ਸਰਜਰੀ ਆ, ਇਹ ਬੜੀ ਨਵੀਂ ਟੈਕਨੀਕ ਆ, ਚੋਂ ਇੰਡੀਆ ਦੇ ਵਿੱਚ 4 ਜਾਂ 5 ਨੇ। ਇੱਕ ਸਾਡੇ ਹਸਪੀਟਲ ਦੇ ਵਿੱਚ ਰੋਬੋਟ ਹੈ, ਅਤੇ ਰੋਬੋਟ ਉਸ ਚੀਜ਼ ਨੂੰ ਸਟੱਡੀ ਕਰਕੇ ਅਤੇ ਸਾਨੂੰ ਇੱਕ ਪਿਕਚਰ ਦੇ ਦਿੰਦਾ ਵੀ ਇਹਦੇ ਵਿੱਚ ਇਸ ਸਾਈਜ਼ ਦਾ ਇੰਪਲਾਂਟ ਪੈਣਾ। ਇਹਦੇ ਵਿੱਚ ਈਵਨ ਹਾਫ ਡਿਗਰੀ ਰੋਟੇਸ਼ਨ ਵੀ ਜਿਹੜੀ ਆ ਉਹ ਵੀ ਅਸੀਂ ਕਰ ਸਕਦੇ ਹਾਂ, ਜਿਹੜੀ ਕਿ ਨੋਰਮਲ ਤਰੀਕੇ ਦੇ ਨਾਲ ਪੋਸੀਬਲ ਨਹੀਂ ਹੈ। ਜਦੋਂ ਮਾਸ ਨਹੀਂ ਕੱਟਣਾ ਪੈਂਦਾ ਤਾਂ ਪੇਸ਼ੈਂਟ ਦੇ ਬਲੀਡਿੰਗ ਬਹੁਤ ਘੱਟ ਹੁੰਦੀ ਆ, ਪੇਸ਼ੈਂਟ ਦੇ ਆਪਰੇਸ਼ਨ ਤੋਂ ਬਾਅਦ ਦਰਦ ਬਹੁਤ ਘੱਟ ਹੁੰਦੀ ਆ, ਅਤੇ ਉਹਦੀ ਜਿਹੜੀ ਰਿਕਵਰੀ ਆ ਉਹ ਬਹੁਤ ਜਲਦੀ ਹੋ ਜਾਂਦੀ ਆ। ਪੋਸਟ ਆਪਰੇਟਿਵ ਪ੍ਰੀਕਾਸ਼ਨਸ ਤਾਂ ਇਹੀ ਨੇ ਵੀ ਪੇਸ਼ੈਂਟ ਨੂੰ ਚਲਾਉਣਾ ਫਿਰਨਾ ਬਹੁਤ ਜ਼ਰੂਰੀ ਆ, ਔਰ ਝਟਕਾ ਨਹੀਂ ਪੈਣਾ ਚਾਹੀਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਸਮਰ ਨਿਊਜ਼ ਤੇ ਮੈਂ ਹਾਂ ਤਮੰਨਾ ਬੇਦੀ। ਸੋ ਸਾਡੇ ਸਿਹਤ ਸਲਾਹ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ। ਜਿੱਦਾਂ ਕਿ ਤੁਸੀਂ ਸਭ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਸਿਹਤ ਸੰਬੰਧੀ ਮੁੱਦਿਆਂ ਦੇ ਬਾਰੇ ਤੇ ਐਕਸਪਰਟਸ ਦੀ ਰਾਏ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਤੁਸੀਂ ਇੱਕ ਤੰਦਰੁਸਤ ਤੇ ਸਿਹਤਮੰਦ ਜ਼ਿੰਦਗੀ ਬਤੀਤ ਕਰ ਸਕੋ। ਤੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਡਾਕਟਰ ਬਲਵੰਤ ਸਿੰਘ ਹੁੰਜਨ ਜੀ ਦੇ ਨਾਲ, ਜੋ ਕਿ ਵੈਲ ਨੋਨ ਕੰਸਲਟੈਂਟ ਆਰਥੋਪੈਡਿਕਸ ਨੇ ਫਰੋਮ ਦੀ ਹੁੰਜਨ ਹਸਪੀਟਲ। ਸਰ, ਬਹੁਤ ਸਵਾਗਤ ਹੈ। ਥੈਂਕ ਯੂ ਤਮੰਨਾ। ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿਣਾ। ਤੇ ਸਰ, ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗੇ ਕਿ ਆਰਥਰਾਈਟਿਸ ਅਗਰ ਗੱਲ ਕਰੀਏ ਇੱਕ ਲੇਮੈਨ ਦੀ ਭਾਸ਼ਾ ਤੋਂ, ਉਹਨਾਂ ਦੇ ਨਜ਼ਰੀਏ ਤੋਂ ਦੇਖੀਏ ਤੇ ਇਹ ਹੈ ਕੀ ਚੀਜ਼? ਦੇਖੋ, ਆਰਥਰਾਈਟਿਸ ਦਾ ਜਿਹੜਾ ਲਿਟਰਲ ਮੀਨਿੰਗ ਹੈ ਉਹ ਹੈ ਜੋੜਾਂ ਦੀ ਸੋਜਿਸ਼। ਆਈਟਸ ਮੀਨਸ ਇਨਫਲੇਮੇਸ਼ਨ ਹੁੰਦੀ ਹੈ ਸੋਜਿਸ਼। ਇਹ ਜਿਹੜੀ ਸੋਜਿਸ਼ ਹੈ, ਸੋਜਿਸ਼ ਕਿਸੇ ਵੀ ਜੋੜ ਨੂੰ ਜਦੋਂ ਹੋ ਜਾਂਦੀ ਹੈ ਤਾਂ ਉਹਨੂੰ ਅਸੀਂ ਆਰਥਰਾਈਟਿਸ ਕਹਿੰਦੇ ਹਾਂ। ਅਤੇ ਇਹ ਕਿਸੇ ਵੀ ਜੋੜ 'ਚ ਹੋ ਸਕਦੀ ਆ, ਔਰ ਉਹਦੇ ਅਲੱਗ-ਅਲੱਗ ਕਾਰਨ ਹੋ ਸਕਦੇ ਆ। ਜਿਹੜੇ ਕਾਰਨ ਨੇ ਇਹਦੇ ਵਿੱਚ ਸਭ ਤੋਂ ਵੱਡਾ ਕਾਜ਼ ਜਿਹੜਾ ਹੈਗਾ ਉਹ ਹੈ ਉਮਰ ਦੇ ਨਾਲ ਜੋੜਾਂ ਦਾ ਘਸਣਾ, ਜਿਹਨੂੰ ਅਸੀਂ ਆਸਟੀਓਆਰਥਰਾਈਟਿਸ ਕਹਿੰਦੇ ਹਾਂ। ਦੂਸਰੇ ਹੋਰ ਵੀ ਬਹੁਤ ਸਾਰੇ ਕਾਰਨ ਹੁੰਦੇ ਨੇ, ਜਿਸ ਤਰ੍ਹਾਂ ਕਿ ਗਠੀਆ ਵੀ ਇੱਕ ਬਹੁਤ ਕਾਮਨ ਕਾਜ਼ ਹੈ ਜਿਹਦੇ ਨਾਲ ਜੋੜ ਖਰਾਬ ਹੋ ਜਾਂਦੇ ਨੇ। ਫਿਰ ਕੋਈ ਇਨਫੈਕਸ਼ਨ ਹੋ ਜਾਵੇ, ਜਿਸ ਤਰ੍ਹਾਂ ਕਿ ਪੀਕ ਪੈ ਜਾਏ, ਜਿਹਨੂੰ ਅਸੀਂ ਸੈਪਟਿਕ ਆਰਥਰਾਈਟਿਸ ਕਹਿੰਦੇ ਹਾਂ। TB ਹੋ ਜਾਏ, ਉਹਦੇ ਕਰਕੇ ਵੀ ਹੋ ਸਕਦਾ। ਅਤੇ ਸੋਰਾਇਸਿਸ ਹੋਵੇ, ਜਿਵੇਂ ਸਕਿਨ ਡਿਜ਼ੀਜ਼ ਆ, ਉਹਦੇ ਵਿੱਚ ਵੀ ਜੋੜ ਜਿਹੜੇ ਨੇ ਉਹ ਖਰਾਬ ਹੋ ਜਾਂਦੇ ਨੇ। ਕੋਈ ਸੱਟ ਲੱਗ ਜੇ, ਸੱਟ ਲੱਗਣ ਕਰਕੇ ਵੀ ਜੋੜ ਖਰਾਬ ਹੋ ਜਾਂਦੇ ਆ। ਸੋ ਇਹ ਕੁਝ ਕਾਰਨ ਨੇ ਜਿਨ੍ਹਾਂ ਕਰਕੇ ਇਹ ਜੋੜ ਜਿਹੜੇ ਨੇ ਖਰਾਬ ਹੁੰਦੇ ਨੇ। ਨੋਰਮਲੀ ਤਾਂ ਦੇਖਿਆ ਜਾਂਦਾ ਹੈ ਕਿ ਲੋਕ ਜਿਹੜੇ ਇਹਨੂੰ ਇੱਕ ਆਮ ਦਰਦ ਸਮਝ ਕੇ ਇਗਨੋਰ ਵੀ ਕਰ ਦਿੰਦੇ ਨੇ। ਸੋ ਉਹ ਕੀ ਸਾਈਨ ਕੀ ਨੇ, ਕਿਵੇਂ ਇੱਕ ਆਮ ਇਨਸਾਨ ਨੂੰ ਪਤਾ ਚੱਲੇ ਕਿ ਉਹਨਾਂ ਨੂੰ ਆਰਥਰਾਈਟਿਸ ਹੋ ਚੁੱਕਾ ਹੈ? ਦੇਖੋ, ਜਿਹੜਾ ਕਾਮਨ ਆਰਥਰਾਈਟਿਸ ਦੇ ਸਿੰਪਟਮਸ ਨੇ ਉਹ ਹੈਗੇ ਆ, ਸਭ ਤੋਂ ਪਹਿਲਾਂ ਤਾਂ ਪੇਨ। ਜੋੜਾਂ ਦੇ ਵਿੱਚ ਦਰਦ ਸ਼ੁਰੂ ਹੋ ਜਾਂਦੀ ਹੈ। ਕੋਈ ਵੀ ਜੋੜ ਆਰਥਰਾਈਟਿਸ ਦੇ ਵਿੱਚ ਇਨਵੋਲਵ ਹੋ ਸਕਦਾ। ਦੂਸਰਾ ਹੈ ਸਵੈਲਿੰਗ, ਜੋੜਾਂ ਦੇ ਵਿੱਚ ਸਵੈਲਿੰਗ ਹੁੰਦੀ ਹੈ। ਸਵੈਲਿੰਗ ਦੇ ਨਾਲ ਹੋਰ ਪੇਨ ਹੋਰ ਵੀ ਵੱਧ ਜਾਂਦੀ ਹੈ, ਅਤੇ ਇਹ ਮੇਨ ਕਾਜ਼ ਨੇ। ਬਾਕੀ ਜੋੜਾਂ ਦੇ ਵਿੱਚੋਂ ਆਵਾਜ਼ ਆਉਣੀ, ਪੌੜੀਆਂ ਚੜ੍ਹਨ ਲੱਗੇ ਜਾਂ ਬੈਠਣ ਲੱਗੇ ਤੁਹਾਨੂੰ ਮੁਸ਼ਕਲ ਆਉਣੀ, ਕਈ ਵਾਰੀ ਸਵੇਰ ਦੇ ਟਾਈਮ 'ਤੇ ਉਂਗਲਾਂ ਦੇ ਵਿੱਚ ਸਟਿਫਨੈਸ ਆ ਜਾਂਦੀ ਹੈ, ਜਿਹੜੀ ਕਿ ਗਠੀਏ ਦੇ ਵਿੱਚ ਬੜੀ ਕਾਮਨ ਆ। ਇਹ ਸਾਰੇ ਜਿਹੜੇ ਸਿੰਪਟਮਸ ਨੇ ਉੱਥੋਂ ਤੁਹਾਨੂੰ ਪਤਾ ਲੱਗਦਾ। ਫਿਰ ਸਭ ਤੋਂ ਵੱਡਾ ਕਾਰਨ ਤਾਂ ਜਿਹੜਾ ਪੇਨ ਹੈ। ਪੇਨ ਦੇ ਨਾਲ ਜਦੋਂ ਤੁਹਾਡੇ ਕਿਸੇ ਵੀ ਜੋੜ 'ਚ ਪੇਨ ਹੁੰਦੀ ਆ, ਉਹਦਾ ਮਤਲਬ ਇਹ ਆ ਵੀ ਤੁਹਾਨੂੰ ਆਰਥਰਾਈਟਿਸ ਜਿਹੜਾ ਸਟਾਰਟ ਹੋ ਚੁੱਕਿਆ। ਮਤਲਬ ਉਹ ਇੱਕ ਸਟਾਰਟਿੰਗ ਇੰਡੀਕੇਸ਼ਨ ਵਜੋਂ ਕੰਮ ਕਰਦਾ ਹੈ। ਸਰ, ਕੀ ਜੈਂਡਰ ਵੀ ਕੋਈ ਰੋਲ ਪਲੇ ਕਰਦਾ ਹੈ ਕਿ ਜਿਵੇਂ ਕਹਿੰਦੇ ਕਿ ਲੇਡੀਜ਼ ਦੇ ਵਿੱਚ ਕੁਝ ਹਾਰਮੋਨਸ ਜਾਂ ਵਿਟਾਮਿਨ ਮਿਨਰਲ ਦੀ ਕਮੀ ਹੋਵੇ ਤਾਂ ਵੀ ਕੀ ਅਸਰ ਕਰ ਸਕਦਾ ਹੈ ਚੀਜ਼? ਦੇਖੋ, ਇਹ ਯੂਨੀਵਰਸਲ ਰੂਲ ਤਾਂ ਨਹੀਂ ਹੈ ਵੀ ਲੇਡੀਜ਼ ਦੇ ਵਿੱਚ ਜ਼ਿਆਦਾ ਹੁੰਦਾ।
ਹਾਂ ਲੇਡੀਜ਼ ਜੇ ਆਪਣਾ ਪੂਰਾ ਧਿਆਨ ਰੱਖਦੀਆਂ ਫਿਰ ਤਾਂ ਤਕਰੀਬਨ ਮੇਲ ਫੀਮੇਲ ਰੇਸ਼ੋ ਬਰਾਬਰ ਹੀ ਹੁੰਦੀ ਆ, ਪਰ ਅਦਰਵਾਈਜ਼ 올ਡ ਏਜ ਦੇ ਵਿੱਚ ਜਾ ਕੇ ਬੋਨ ਜਿਹੜੀਆਂ ਨੇ ਲੇਡੀਜ਼ ਦੇ ਵਿੱਚ ਆਸਟੀਓਪੋਰੋਟਿਕ ਜਲਦੀ ਹੋ ਜਾਂਦੀਆਂ, ਤਾਂ ਰੈਲੇਟਿਵ ਪੇਨ ਜਿਹੜੀ ਆ ਉਹ ਆਪਾਂ ਇਹ ਕਹਿ ਸਕਦੇ ਹਾਂ ਵੀ ਫੀਮੇਲ ਦੇ ਵਿੱਚ ਕੁਝ % ਪੇਨ ਜਿਹੜੀ ਆ ਉਹ ਜ਼ਿਆਦਾ ਹੋ ਸਕਦੀ ਆ, ਪਰ ਐਡਾ ਜ਼ਿਆਦਾ ਡਿਫਰੈਂਸ ਨਹੀਂ ਹੈ। ਸੋ ਬੇਸਿਕਲੀ ਇੱਕ ਉਮਰ ਦੀ ਹੀ ਰੋਲ ਹੈ। ਹਾਂਜੀ, ਉਮਰ ਦੇ ਨਾਲ ਨਹੀਂ, ਬੱਚਿਆਂ ਦੇ ਵਿੱਚ ਵੀ ਜੇ ਆਪਾਂ ਸਿੰਪਲ ਆਰਥਰਾਈਟਸ ਦੀ ਗੱਲ ਕਰੀਏ ਤਾਂ ਇਹ ਬੱਚਿਆਂ ਦੇ ਵਿੱਚ ਵੀ ਹੋ ਜਾਂਦਾ। ਬੱਚਿਆਂ ਦੇ ਵਿੱਚ ਹੋਰ ਤਰ੍ਹਾਂ ਦਾ ਆਰਥਰਾਈਟਸ ਹੁੰਦਾ, ਵੱਡਿਆਂ ਦੇ ਵਿੱਚ ਹੋਰ ਤਰ੍ਹਾਂ ਦਾ ਹੁੰਦਾ। ਉਹ ਆਰਥਰਾਈਟਸ ਤਾਂ ਇਹ ਆ, ਅਤੇ ਜਿਹੜਾ ਆਪਾਂ ਵੱਡਿਆਂ ਦੇ ਵਿੱਚ ਆਰਥਰਾਈਟਸ ਕਰਦੇ ਹਾਂ ਦੇਖਦੇ ਹਾਂ ਉਹ ਮੇਨਲੀ ਹੈ ਆਸਟੀਓ ਆਰਥਰਾਈਟਸ। ਆਸਟੀਓ ਆਰਥਰਾਈਟਸ ਹੈ ਜਿਹਨੂੰ ਕਿ ਅਸੀਂ ਕਹਿੰਦੇ ਹਾਂ ਗੋਡਿਆਂ ਦਾ ਘਸ ਜਾਣਾ, ਗਰੀਸ ਦਾ ਮੁੱਕ ਜਾਣਾ, ਜਾਂ ਲੋਕੀ ਕਹਿ ਦਿੰਦੇ ਜੀ ਗੈਪ ਘਟ ਗਿਆ। ਜੇ ਬੋਨ ਟੂ ਬੋਨ ਗੈਪ ਘਟ ਗਿਆ ਉਹਨੂੰ ਅਸੀਂ ਗੈਪ ਘਟਣਾ ਕਹਿ ਦਿੰਦੇ ਹਾਂ। ਜੇ ਦੋਨਾਂ ਗੋਡਿਆਂ ਦੇ ਵਿੱਚ ਗੈਪ ਵੱਧ ਜਾਵੇ, ਗੋਡੇ ਵਿੰਗੇ ਹੋ ਜਾਣ, ਉਹਨੂੰ ਕਈ ਪੇਸ਼ੈਂਟ ਕਹਿ ਦਿੰਦੇ ਆ ਜੀ ਸਾਡੇ ਗੋਡਿਆਂ 'ਚ ਗੈਪ ਵੱਧ ਗਿਆ। ਉਹ ਹੈਗਾ ਆਸਟੀਓ ਆਰਥਰਾਈਟਸ ਜਿਹਦੇ ਵਿੱਚ ਗੋਡੇ ਘਸਦੇ ਨੇ। ਉਹ ਨਾਰਮਲੀ ਜਿਹੜਾ ਹੈਗਾ ਉਹ ਸਟਾਰਟ ਹੁੰਦਾ 40 ਤੋਂ ਬਾਅਦ, ਪਰ ਉਹਦੇ ਜਿਹੜੇ ਸਿੰਪਟਮਸ ਨੇ ਕਈ ਵਾਰੀ 45 ਤੇ 50 ਤੇ, ਪਰ ਕਈ ਵਾਰੀ ਉਹ ਅਸੀਂ ਦੇਖਦੇ ਹਾਂ ਵੀ 90 ਸਾਲ ਦੇ ਬਜ਼ੁਰਗ ਵੀ ਬੜੇ ਵਧੀਆ ਤੁਰੇ ਫਿਰਦੇ ਆ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਸੋ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ 올ਡ ਏਜ 'ਚ ਜਾ ਕੇ ਹਰ ਇੱਕ ਨੂੰ ਇਹ ਪ੍ਰੋਬਲਮ ਹੋਣੀ ਆ, ਪਰ ਬਹੁਤ ਪੇਸ਼ੈਂਟ ਨੇ ਜਿਨ੍ਹਾਂ ਨੂੰ ਇਹ ਹੋ ਜਾਂਦੀ ਆ। ਸਰ ਤੁਸੀਂ ਕਿਹਾ ਕਿ 올ਡ ਏਜ ਵੀ ਤੁਰੇ ਫਿਰਦੇ ਨੇ, ਤੇ ਜੇ ਆਪਾਂ ਗੱਲ ਕਰੀਏ ਕਿ ਬੀਤੇ ਸਮੇਂ ਦੇ ਵਿੱਚ ਲੋਕ ਫਿਜ਼ੀਕਲ ਐਕਟੀਵਿਟੀ 'ਚ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਸੀਗੇ, ਤੇ ਅੱਜ ਕੱਲ੍ਹ ਕਾਫੀ ਪੈਸਿਵ ਲਾਈਫ ਸਟਾਈਲ ਹੋ ਚੁੱਕਾ ਹੈ, ਕਿ ਉਹ ਵੀ ਇੱਕ ਰੀਜ਼ਨ ਹੁੰਦਾ ਵਾ? ਬਿਲਕੁਲ, ਬਹੁਤ ਵੱਡਾ ਰੀਜ਼ਨ ਆ ਇਹ। ਪਹਿਲਾਂ ਲੋਕੀ ਕੀ ਸੀਗਾ ਵੀ ਜੇ ਖਾਂਦੇ ਪੀਂਦੇ ਪੂਰਾ ਸੀ ਤਾਂ ਆਪਣੇ ਸਰੀਰ ਨੂੰ ਵਰਤਦੇ ਵੀ ਪੂਰਾ ਸੀ, ਉਹਦੇ ਨਾਲ ਜਿਹੜੀ ਬੋਨ ਦੀ ਸਟਰੈਂਥ ਬਣੀ ਰਹਿੰਦੀ ਸੀਗੀ। ਅਤੇ ਬਾਕੀ ਕੁਛ ਕਾਰਨ ਇਹ ਵੀ ਹੈ ਵੀ ਪਹਿਲਾਂ ਡਾਇਗਨੋਸਟਿਕ ਫੈਸਿਲਿਟੀਜ਼ ਇੰਨੀਆਂ ਨਹੀਂ ਸੀਗੀਆਂ, ਲੋਕੀ ਡਾਕਟਰ ਕੋਲੇ ਜਾਂਦੇ ਹੀ ਘੱਟ ਸੀ। ਉਹ ਪਰ ਉਸੇ ਤਰ੍ਹਾਂ ਹੀ ਉਹ ਬਸ ਜਿਵੇਂ ਪੰਜਾਬੀ 'ਚ ਕਹਿੰਦੇ ਢੀਚਕ ਮਾਰਦੇ ਤੁਰਦੇ ਫਿਰਦੇ ਸੀਗੇ, ਅਤੇ ਲੱਗਦਾ ਸੀਗਾ ਵੀ ਮਰੀਜ਼ਾਂ ਨੂੰ ਇਹ ਪ੍ਰੋਬਲਮ ਘੱਟ ਹੈ। ਪਰ ਹੁਣ ਵੀ ਪ੍ਰੋਬਲਮ ਓਨੀ ਹੋਈ ਆ, ਉਦੋਂ ਵੀ ਓਨੀ ਸੀ। ਨਾਓ ਪੀਪਲ ਆਰ ਮੋਰ ਅਵੇਅਰ, ਉਹਨਾਂ ਨੂੰ ਹੁਣ ਥੋੜ੍ਹੀ ਜਾਗਰੂਕਤਾ ਹੋਣ ਕਰਕੇ ਲੋਕੀ ਡਾਕਟਰ ਕੋਲੇ ਚਲੇ ਜਾਂਦੇ ਆ। ਉਹ ਜਿਹੜੀ ਚੀਜ਼ ਆ ਫਿਰ ਜਿਹੜੀ ਉਹ ਰਿਟਨ ਦੇ ਵਿੱਚ ਆ ਜਾਂਦੀ ਆ ਵੀ ਹਾਂਜੀ ਇੰਨੇ ਪੇਸ਼ੈਂਟ ਜਿਹੜੇ ਨੇ ਉਹ ਆਰਥਰਾਈਟਿਸ ਤੋਂ ਸਫਰ ਕਰ ਰਹੇ ਆ। ਡਾਕਟਰ ਸਰ ਜੇ ਪਤਾ ਲੱਗ ਜਾਂਦਾ ਕਿਸੇ ਨੂੰ ਆਰਥਰਾਈਟਿਸ ਹੈ ਤੇ ਫਿਰ ਇਹਦੇ ਟ੍ਰੀਟਮੈਂਟ ਕਿਹੜੇ ਅਵੇਲੇਬਲ ਨੇ? ਦੇਖੋ ਜਿਹੜਾ ਮੇਨ ਆਸਟੀਓ ਆਰਥਰਾਈਟਿਸ ਆ ਜਿਹਦੇ ਵਿੱਚ ਗਰੀਸ ਦੇ ਟੀਕੇ ਮਤਲਬ ਗਰੀਸ ਘਟ ਜਾਂਦਾ, ਉਹਦਾ ਇਲਾਜ ਜਿਹੜਾ ਹੈਗਾ ਉਹ ਉਹਦੀ ਸਟੇਜ 'ਤੇ ਡਿਪੈਂਡ ਕਰਦਾ। ਠੀਕ ਹੈ, ਜੇ ਪਹਿਲੀ ਸਟੇਜ ਜਿਹੜੀ ਆ ਉਹ ਸਿਰਫ ਦਵਾਈਆਂ ਦੇ ਨਾਲ ਹੀ ਉਹ ਠੀਕ ਹੋ ਜਾਂਦੀ ਆ, ਪਰ ਜੇ ਦੂਸਰੀ ਸਟੇਜ ਦੇ ਵਿੱਚ ਵੀ ਦਵਾਈਆਂ ਜਾਂ ਜੋੜਾਂ 'ਚ ਟੀਕੇ ਜਿਹੜੇ ਨੇ ਉਹਦੇ ਨਾਲ ਠੀਕ ਹੋ ਜਾਂਦਾ। ਪਰ ਤੀਸਰੀ ਸਟੇਜ ਜਿਹੜੀ ਆ, ਤੀਸਰੀ ਤੇ ਚੌਥੀ ਸਟੇਜ ਇਸ ਤਰ੍ਹਾਂ ਦੀ ਆ ਜਿਹਦੇ ਵਿੱਚ ਬਿਨਾਂ ਸਰਜਰੀ ਤੋਂ ਪੇਸ਼ੈਂਟ ਠੀਕ ਨਹੀਂ ਹੁੰਦਾ। ਸੋ ਇਹ ਅਲੱਗ-ਅਲੱਗ ਸਟੇਜ 'ਤੇ ਸਾਡਾ ਜਿਹੜਾ ਮੇਨ ਮੰਤਵ ਹੁੰਦਾ ਜਦੋਂ ਪੇਸ਼ੈਂਟ ਆਉਂਦਾ ਸਾਡੇ ਕੋਲੇ, ਸਾਡਾ ਮੇਨ ਮੰਤਵ ਇਹੀ ਆ ਵੀ ਉਹਦੀ ਅਸੀਂ ਸਟੇਜ ਲੱਭੀਏ ਵੀ ਬਿਮਾਰੀ ਦੀ ਸਟੇਜ ਕਿਹੜੀ ਆ। ਜੇ ਉਹਦੀ ਤੀਜੀ ਸਟੇਜ ਆ ਤਾਂ ਤੀਜੀ ਸਟੇਜ ਦੇ ਮੁਤਾਬਕ ਇਲਾਜ ਹੋਏਗਾ, ਜੇ ਉਹਦੀ ਚੌਥੀ ਸਟੇਜ ਆ ਤਾਂ ਚੌਥੀ ਸਟੇਜ ਦੇ ਮੁਤਾਬਕ ਇਲਾਜ ਹੋਏਗਾ। ਹਰ ਇੱਕ ਪੇਸ਼ੈਂਟ ਦੇ ਵਿੱਚ ਇਹ ਨਹੀਂ ਹੈਗਾ ਵੀ ਬੜੀ ਵਾਰੀ ਸਾਡੇ ਕੋਲੇ ਪੇਸ਼ੈਂਟ ਆਉਂਦੇ ਆ ਗੋਡੇ ਇੰਨੇ ਜ਼ਿਆਦਾ ਖਰਾਬ ਹੁੰਦੇ ਆ, ਡਾਕਟਰ ਸਾਹਿਬ ਦੇਖ ਲਓ ਜੀ ਜੇ ਦਵਾਈਆਂ ਦੇ ਨਾਲ ਠੀਕ ਹੋ ਸਕਦਾ। ਸੋ ਇਸ ਤਰ੍ਹਾਂ ਨਹੀਂ ਹੁੰਦਾ। ਹਾਂ, ਉਹਦਾ ਸਟੇਜ 'ਤੇ ਡਿਪੈਂਡ ਕਰਦਾ, ਜਿਹੜੀ ਸਟੇਜ ਆ ਉਹਦੇ ਅਕੋਰਡਿੰਗਲੀ ਉਹਦਾ ਟ੍ਰੀਟਮੈਂਟ ਕੀਤਾ ਜਾਂਦਾ। ਸਰ ਆਪਾਂ ਗੱਲ ਕਰੀਏ ਜੇ ਸਟੇਜ ਦਾ ਪਤਾ ਕਿੱਦਾਂ ਲੱਗੇਗਾ, ਡਾਇਗਨੋਸ ਕਿੱਦਾਂ ਹੋਏਗਾ? ਹਾਂਜੀ, ਉਹਦਾ ਜਿਹੜਾ ਡਾਇਗਨੋਸਿਸ ਆ ਉਹ ਕਾਮਨ ਐਕਸਰੇਜ਼ ਤੋਂ ਹੁੰਦਾ। ਪਹਿਲੀ ਸਟੇਜ ਹੁੰਦੀ ਆ ਜਿਹਦੇ ਵਿੱਚ ਪੇਸ਼ੈਂਟ ਨੂੰ ਦਰਦ ਹੁੰਦੀ ਆ, ਪਰ ਐਕਸਰੇ ਉਹਦੇ ਨੈਗੇਟਿਵ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੋਈ ਨੁਕਸ ਨਹੀਂ ਹੁੰਦਾ। ਦੂਸਰੀ ਸਟੇਜ ਆ ਵੀ ਉਹਦੇ ਵਿੱਚ ਜਿਹੜੀ ਅੰਦਰ ਬੋਨ ਦੇ ਵਿੱਚ ਜਿਹੜੀ ਸਪੇਸ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਆ। ਤੀਸਰੀ ਸਟੇਜ ਹੁੰਦੀ ਆ ਵੀ ਉਹੀ ਜਿਹੜੀ ਹੱਡੀ ਆ ਉਹ ਆਪਸ 'ਚ ਰਗੜ ਖਾਣ ਲੱਗ ਜਾਂਦੀ ਆ। ਔਰ ਚੌਥੀ ਸਟੇਜ ਹੁੰਦੀ ਆ ਜਦੋਂ ਬੋਨ ਬਹੁਤ ਜ਼ਿਆਦਾ ਘਸ ਜਾਂਦੀ ਆ ਅਤੇ ਗੋਡੇ ਵਿੰਗੇ ਹੋ ਜਾਂਦੇ ਆ। ਉਹ ਇਸ ਤਰ੍ਹਾਂ ਸਟੇਜਸ ਦਾ ਸਾਨੂੰ ਐਕਸਰੇ ਦੇ ਉੱਤੋਂ ਪਤਾ ਲੱਗਦਾ। ਬੜੀ ਵਾਰੀ ਉਹਦੇ ਵਿੱਚ ਕਈ ਲੋਕੀ CT ਸਕੈਨ ਵੀ ਕਰਾਉਂਦੇ ਆ, MRI ਵੀ ਕਰਾਉਂਦੇ ਆ, ਪਰ ਜਿਹੜਾ ਸਭ ਤੋਂ ਵੱਡਾ ਰੋਲ ਆ ਇਹਦੇ ਵਿੱਚ ਉਹ ਹੈ ਐਕਸਰੇ ਦਾ। ਐਕਸਰੇ ਤੋਂ ਜ਼ਿਆਦਾ ਪਿਕਚਰ ਕਲੀਅਰ ਹੋ ਜਾਂਦੀ ਹੈ। ਉਸ ਤੋਂ ਇਲਾਵਾ ਆਪਾਂ ਗੱਲ ਕਰੀਏ ਰੋਬੋਟਿਕ ਸਰਜਰੀ ਜਿਹੜੀ ਹੁੰਦੀ ਹੈ ਉਸ ਦੇ ਬਾਰੇ ਜ਼ਰੂਰ ਜਾਣਨਾ ਚਾਹਾਂਗੇ। ਦੇਖੋ ਜਿਹੜੀ ਰੋਬੋਟਿਕ ਸਰਜਰੀ ਆ ਇਹ ਬੜੀ ਨਵੀਂ ਟੈਕਨੀਕ ਆ ਔਰ ਵਰਲਡ ਦੀ ਸਭ ਤੋਂ ਬੈਸਟ ਟੈਕਨੀਕ ਆ। ਇਸ ਤੋਂ ਉੱਪਰ ਹੋਲੇ ਕੋਈ ਟੈਕਨੋਲੋਜੀ ਆਈ ਨਹੀਂ। ਔਰ ਟੋਟਲ ਵਰਲਡ ਦੇ ਵਿੱਚ ਤਕਰੀਬਨ 1500 ਦੇ ਕਰੀਬ ਰੋਬੋਟ ਨੇ, ਜਿਹਦੇ ਵਿੱਚੋਂ ਇੰਡੀਆ ਦੇ ਵਿੱਚ 4 ਜਾਂ 5 ਨੇ। ਉਹਨਾਂ 4-5 ਦੇ ਵਿੱਚੋਂ ਇੱਕ ਸਾਡੇ ਹਸਪੀਟਲ ਦੇ ਵਿੱਚ ਰੋਬੋਟ ਹੈ
ਜਿਹਦੇ ਨਾਲ ਅਸੀਂ ਸਰਜਰੀ ਕਰਦੇ ਹਾਂ। ਤੇ ਰੋਬਟ ਦੇ ਜਿਹੜੇ ਫਾਇਦੇ ਹੁਣ ਜੇ ਤੁਸੀਂ ਪੁੱਛੋ ਤਾਂ ਫਾਇਦੇ ਇਹ ਨੇ ਵੀ ਇੱਕ ਮੇਰੇ ਕੋਲੇ ਪਰਸੋਂ ਚੌਥੇ ਮਿਸਤਰੀ ਆਏ, ਇੱਕ ਉਹ ਕਹਿੰਦੇ ਜੀ ਦੱਸੋ ਸਾਨੂੰ ਫਾਇਦਾ ਕੀ ਹੈ ਇਹਦਾ। ਮੈਂ ਉਹ ਮਿਸਤਰੀ ਨੂੰ ਸਮਝਾਉਣ ਦਾ ਬੜਾ ਸਿੱਧਾ ਜਿਹਾ ਤਰੀਕਾ ਦੇਖਿਆ। ਮੈਂ ਕਿਹਾ ਵੀ ਤੁਸੀਂ ਖਰਾਦ 'ਤੇ ਵੀ ਕੰਮ ਕਰਦੇ ਹੋ ਅਤੇ CNC ਮਸ਼ੀਨ 'ਤੇ ਵੀ ਕੰਮ ਕਰਦੇ ਹੋ, ਬਸ ਇੰਨਾ ਹੀ ਫਰਕ ਹੈ। ਖਰਾਦ ਦੇ ਉੱਤੇ ਕਿਤੇ ਵੀ ਐਰਰ ਹੋ ਸਕਦਾ, ਪਰ CNC ਮਸ਼ੀਨ ਦੀ ਜੋ ਫਿਨਿਸ਼ ਹੈ, ਜੋ ਉਹਦੀ ਹਾਂ ਬਹੁਤ ਮਤਲਬ ਬਹੁਤ ਹੀ ਕਮਾਲ ਦੀ ਚੀਜ਼ ਹੈ। ਉਹਦੇ ਨਾਲ ਕੋਈ ਪ੍ਰਸੀਜਨ ਬਹੁਤ ਹੀ ਜ਼ਿਆਦਾ ਰੋਬਟ ਦੇ ਨਾਲ, ਔਰ ਕੋਈ ਗਲਤੀ ਹੋਣ ਦਾ ਸਕੋਪ ਨਹੀਂ ਹੈ ਇਹਦੇ ਵਿੱਚ। ਆਮ ਜਦੋਂ ਅਸੀਂ ਕਨਵੈਨਸ਼ਨਲ ਤਰੀਕੇ ਦੇ ਨਾਲ ਜੋੜ ਬਦਲਦੇ ਹਾਂ, ਜਿਹਨੂੰ ਅਸੀਂ ਬਿਨਾਂ ਰੋਬਟ ਤੋਂ ਜਿਹੜਾ ਅਸੀਂ ਕਰਦੇ ਹਾਂ, ਕਨਵੈਨਸ਼ਨਲ ਤਰੀਕੇ ਦੇ ਵਿੱਚ ਕੀ ਆ ਵੀ ਅਸੀਂ ਬੋਨ ਨੂੰ ਕੱਟ ਕੇ ਜੁਆਇੰਟ ਨੂੰ ਸੈੱਟ ਕਰਨ ਲਈ ਸਾਨੂੰ ਅੰਦਰਲਾ ਜਿਹੜਾ ਮਾਸ ਆ ਉਹ ਬੜੀ ਵਾਰੀ ਕੱਟ ਵੱਢ ਉਹਦੀ ਕਰਨੀ ਪੈਂਦੀ ਆ, ਤਾਂ ਜਾ ਕੇ ਜੁਆਇੰਟ ਸੈੱਟ ਹੁੰਦਾ। ਪਰ ਇਹਦੇ ਵਿੱਚ ਕੀ ਆ, ਅਸੀਂ ਆਪਰੇਸ਼ਨ ਤੋਂ ਪਹਿਲਾਂ ਹੀ ਸਾਰੀ ਸੈਟਿੰਗ ਕਰ ਲੈਣੀ ਆ। ਅਸੀਂ ਪੇਸ਼ੈਂਟ ਦਾ 3D CT ਸਕੈਨ ਕਰਾਉਂਦੇ ਆ। ਉਹ 3D CT ਸਕੈਨ ਜਿਹੜਾ ਹੈਗਾ ਅਸੀਂ ਰੋਬਟ ਨੂੰ ਫੀਡ ਕਰਦੇ ਹਾਂ, ਅਤੇ ਰੋਬਟ ਉਸ ਚੀਜ਼ ਨੂੰ ਸਟੱਡੀ ਕਰਕੇ ਅਤੇ ਸਾਨੂੰ ਇੱਕ ਪਿਕਚਰ ਦੇ ਦਿੰਦਾ ਵੀ ਇਹਦੇ ਵਿੱਚ ਇਸ ਸਾਈਜ਼ ਦਾ ਇੰਪਲਾਂਟ ਪੈਣਾ, ਇਹ ਔਰ ਕਿੱਥੋਂ ਤੁਸੀਂ ਬੋਨ ਕੱਟਣੀ ਆ। ਉਹਦੇ ਵਿੱਚ ਅਸੀਂ ਆਪ ਦੇ ਹਿਸਾਬ ਨਾਲ ਜੇ ਥੋੜ੍ਹੀ ਬਹੁਤੀ ਕੋਈ ਐਡਜਸਟਮੈਂਟ ਕਰਨੀ ਹੋਵੇ ਤਾਂ ਅਸੀਂ ਪਹਿਲਾਂ ਹੀ ਕਰ ਲੈਂਦੇ ਹਾਂ। ਇਹਦੇ ਵਿੱਚ ਈਵਨ ਹਾਫ ਡਿਗਰੀ ਰੋਟੇਸ਼ਨ ਵੀ ਜਿਹੜੀ ਆ ਉਹ ਵੀ ਅਸੀਂ ਕਰ ਸਕਦੇ ਹਾਂ, ਜਿਹੜੀ ਕਿ ਨੋਰਮਲ ਤਰੀਕੇ ਦੇ ਨਾਲ ਪੋਸੀਬਲ ਨਹੀਂ ਹੈ, ਕਿਉਂਕਿ ਸਾਰੀ ਦੀ ਸਾਰੀ ਸੈਟਿੰਗ ਜਿਹੜੀ ਆ ਉਹ ਪਹਿਲਾਂ ਹੀ ਹੋ ਜਾਂਦੀ ਆ ਆਪਰੇਸ਼ਨ ਤੋਂ। ਇਸ ਕਰਕੇ ਸਾਨੂੰ ਆਪਰੇਸ਼ਨ ਦੇ ਦੌਰਾਨ ਕੋਈ ਦਿੱਕਤ ਨਹੀਂ ਆਉਂਦੀ। ਅਸੀਂ ਸਿਰਫ ਗੋਡੇ ਦਾ ਜਿਹੜਾ ਚੀਰਾ ਹੈ, ਚੀਰਾ ਦੇ ਕੇ ਗੋਡੇ ਨੂੰ ਰੋਬਟ ਦੇ ਅੱਗੇ ਕਰਨਾ, ਅਤੇ ਜਿਹੜੇ ਚੀਰੇ ਨੇ ਉਹ ਸਾਰੇ ਰੋਬਟ ਦੀ ਹੈਲਪ ਦੇ ਨਾਲ ਐਨ ਐਗਜ਼ੈਕਟ ਉਸੇ ਤਰ੍ਹਾਂ ਹੀ ਆ ਜਾਣੇ ਆ। ਸਾਨੂੰ ਅੰਦਰੋਂ ਮਾਸ ਨਹੀਂ ਕੱਟਣਾ ਪੈਂਦਾ। ਜਦੋਂ ਮਾਸ ਨਹੀਂ ਕੱਟਣਾ ਪੈਂਦਾ ਤਾਂ ਪੇਸ਼ੈਂਟ ਦੇ ਬਲੀਡਿੰਗ ਬਹੁਤ ਘੱਟ ਹੁੰਦੀ ਆ, ਪੇਸ਼ੈਂਟ ਦੇ ਆਪਰੇਸ਼ਨ ਤੋਂ ਬਾਅਦ ਦਰਦ ਬਹੁਤ ਘੱਟ ਹੁੰਦੀ ਆ, ਅਤੇ ਉਹਦੀ ਜਿਹੜੀ ਰਿਕਵਰੀ ਆ ਉਹ ਬਹੁਤ ਜਲਦੀ ਹੋ ਜਾਂਦੀ ਆ। ਹੁਣ ਸਾਡੇ ਕੋਲ ਜਿੰਨੇ ਵੀ ਪੇਸ਼ੈਂਟ ਨੇ ਉਹ ਤਕਰੀਬਨ 3rd ਡੇ ਆਫਟਰ 48 ਆਵਰਸ ਅਸੀਂ ਪੇਸ਼ੈਂਟ ਨੂੰ ਚਲਾ ਦਿੰਦੇ ਹਾਂ, ਔਰ ਬੜੇ ਵਧੀਆ ਸਾਰੇ 5ਵੇਂ ਦਿਨ ਤਾਂ ਬਹੁਤ ਖੁਸ਼ ਹੋ ਕੇ ਪੇਸ਼ੈਂਟ ਜਾਂਦਾ ਘਰੇ, ਕੋਈ ਪ੍ਰੋਬਲਮ ਨਹੀਂ ਆਉਂਦੀ। ਸਰ ਇਸ ਤੋਂ ਬਾਅਦ ਜੇ ਕੁਝ ਪੁੱਛੀਏ ਪੋਸਟ ਪ੍ਰੀਕਾਸ਼ਨ ਕੁਝ ਲੈਣਾ ਹੋਵੇ ਤਾਂ? ਦੇਖੋ ਪੋਸਟ ਪ੍ਰੀਕਾਸ਼ਨ ਤਾਂ ਪੋਸਟ ਆਪਰੇਟਿਵ ਪ੍ਰੀਕਾਸ਼ਨ ਤਾਂ ਇਹੀ ਨੇ ਵੀ ਪੇਸ਼ੈਂਟ ਨੂੰ ਚਲਾਉਣਾ ਫਿਰਨਾ ਬਹੁਤ ਜ਼ਰੂਰੀ ਆ, ਔਰ ਝਟਕਾ ਨਹੀਂ ਪੈਣਾ ਚਾਹੀਦਾ, ਕਿਉਂਕਿ ਜਿੰਨੀ ਦੇਰ ਤੱਕ ਅੰਦਰ ਮਾਸ ਕੱਟ ਕੇ ਜਿਹੜਾ ਕਿ ਅਸੀਂ ਜੋੜਿਆ ਹੁੰਦਾ ਉਸ ਨੂੰ ਝਟਕਾ ਨਹੀਂ ਪੈਣ ਦੇਣਾ। ਸਲੋਲੀ ਐਂਡ ਗ੍ਰੈਜੂਅਲੀ ਉਹਦੀ ਇੰਪਰੂਵਮੈਂਟ ਹੋਣੀ ਆ, ਔਰ ਪੇਸ਼ੈਂਟ ਨੇ ਚੱਲਣਾ ਪਹਿਲਾਂ ਅਸੀਂ ਵਾਕਰ ਨਾਲ ਚਲਾਉਂਦੇ ਹਾਂ। ਜਦੋਂ ਦੇਖਿਆ ਵੀ ਹੁਣ ਵਾਕਰ ਦੇ ਨਾਲ ਵਧੀਆ ਚੱਲਣ ਲੱਗ ਗਿਆ ਪੇਸ਼ੈਂਟ, ਫਿਰ ਉਹਨੂੰ ਸਟਿੱਕ ਦੇ ਦਿੰਦੇ ਹਾਂ, ਅਤੇ ਤਕਰੀਬਨ 3 ਕੁ ਹਫ਼ਤੇ 'ਤੇ ਸਟਿੱਕ ਵਗੈਰਾ ਵੀ ਸਾਰਾ ਕੁਝ ਛੁੱਟ ਜਾਂਦਾ, ਅਤੇ ਪੇਸ਼ੈਂਟ ਬਿਲਕੁਲ ਵਧੀਆ ਨੋਰਮਲ ਤੁਰਨ ਫਿਰਨ ਲੱਗ ਜਾਂਦਾ, ਈਵਨ ਕਿ ਪੌੜੀਆਂ ਵੀ ਚੜ੍ਹਨ ਲੱਗ ਜਾਂਦੇ ਆ। ਅਤੇ ਸਰ ਲਾਸਟ ਪੁੱਛਣਾ ਚਾਹਾਂਗੇ ਸਾਡੇ ਵਿਊਅਰਸ ਨੂੰ, ਤੁਸੀਂ ਕੋਈ ਸਿਹਤ ਸਲਾਹ ਦੇਣਾ ਚਾਹੋਗੇ ਤਾਂ ਕੀ ਦਿਓਗੇ? ਦੇਖੋ ਮੇਰੀ ਤਾਂ ਹਮੇਸ਼ਾ ਇਹੀ ਇੱਕ ਸਲਾਹ ਹੁੰਦੀ ਆ ਕਿ ਜਦੋਂ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਨੀਮ ਹਕੀਮ ਤੋਂ ਬਚੋ। ਜਦੋਂ ਵੀ ਆਪਾਂ ਨੀਮ ਹਕੀਮ ਕੋਲ ਜਾਂਦੇ ਆ, ਉਹਨਾਂ ਨੇ ਆਪ ਦਾ ਠਕਠਕਾ ਕਾਇਮ ਰੱਖਣਾ। ਉਹਨਾਂ ਨੂੰ ਨਾ ਤਾਂ ਐਕਸਰੇ ਪੜ੍ਹਨੇ ਆਉਂਦੇ ਹੁੰਦੇ ਨੇ, ਅਤੇ ਨਾ ਹੀ ਉਹਨਾਂ ਨੂੰ ਦਵਾਈਆਂ ਦਾ ਪਤਾ ਹੁੰਦਾ। ਉਹ ਕੁਛ ਤਾਂ ਐਸੇ ਲੋਕ ਨੇ ਜਿਹੜੇ ਕਿ ਔਰਥੋਪੀਡਿਕ ਸਰਜਨਾਂ ਦੀਆਂ ਪ੍ਰਸਕ੍ਰਿਪਸ਼ਨਸ ਦੇਖ ਕੇ ਉਹੀ ਦਵਾਈਆਂ ਅੱਗੇ ਮਰੀਜ਼ਾਂ ਨੂੰ ਲਿਖ ਕੇ ਦੇਈ ਜਾਂਦੇ ਆ। ਮਰੀਜ਼ ਦੇ ਚਾਹੇ ਗਿੱਟੇ ਲੱਗੇ ਗੋਡੇ ਲੱਗੇ, ਉਹਨਾਂ ਨੂੰ ਕੋਈ ਪਤਾ ਹੀ ਨਹੀਂ ਹੈ ਵੀ ਇਹਦਾ ਫੰਕਸ਼ਨ ਕੀ ਹੈ। ਸੋ ਕਈ ਵਾਰੀ ਬਹੁਤ ਪੇਸ਼ੈਂਟ ਐਸੇ ਆਉਂਦੇ ਨੇ ਸਾਡੇ ਕੋਲ ਜਿਹੜੇ ਕਿ ਆਪਣੀ ਜਿਹੜੀ ਪ੍ਰੋਬਲਮ 10 ਮਿੰਟ ਦੇ ਆਪਰੇਸ਼ਨ ਜਾਂ 20 ਮਿੰਟ ਦੇ ਆਪਰੇਸ਼ਨ ਦੀ ਹੁੰਦੀ ਆ, ਉਹ ਅਲਟੀਮੇਟਲੀ ਕਈ ਘੰਟੇ ਦੇ ਆਪਰੇਸ਼ਨ 'ਤੇ ਕਨਵਰਟ ਹੋ ਜਾਂਦੀ ਆ, ਅਤੇ ਨੈਚੁਰਲੀ ਜਿੱਡਾ ਲੰਬਾ ਆਪਰੇਸ਼ਨ ਹੋਊਗਾ ਉਹਨਾਂ ਖਰਚਾ ਵੀ ਪੇਸ਼ੈਂਟ ਦਾ ਜ਼ਿਆਦਾ ਹੁੰਦਾ। ਸੋ ਪਹਿਲਾਂ ਪੇਸ਼ੈਂਟ ਪੈਸੇ ਬਚਾਉਣ ਦੀ ਸੋਚਦੇ ਆ, ਪਰ ਨਹੀਂ। ਆਮ ਤੌਰ 'ਤੇ ਕੀ ਹੈ ਵੀ ਜੇ ਅਸੀਂ ਮੰਨ ਲਓ 500 ਰੁਪਈਆ ਹਫ਼ਤੇ ਦਾ ਲੈਂਦੇ ਹਾਂ, ਤਾਂ ਉਹ ਜਿਹੜੇ ਮਾਲਿਸ਼ ਕਰਨ ਵਾਲੇ ਨੇ ਜਾਂ ਦੂਜੇ ਨੀਮ ਹਕੀਮ ਨੇ ਉਹ ਰੋਜ਼ ਦੇ ਕਿੰਨੇ ਪੈਸੇ ਲੈ ਲੈਂਦੇ ਆ, ਔਰ ਸਾਡੇ ਨਾਲੋਂ ਵੀ ਮਹਿੰਗੇ ਪੈਂਦੇ ਆ। ਸੋ ਮੇਰੀ ਹਮੇਸ਼ਾ ਇਹੀ ਸਲਾਹ ਰਹਿੰਦੀ ਆ, ਵਟਸੋਐਵਰ ਦਾ ਡਿਪਾਰਟਮੈਂਟ ਇਜ਼, ਚਾਹੇ ਉਹ ਔਰਥੋਪੀਡਿਕਸ ਆ, ਚਾਹੇ ਪੀਡੀਆਟ੍ਰਿਕਸ ਆ, ਚਾਹੇ ਗਾਇਨੀਆ, ਚਾਹੇ ਸਰਜਰੀ ਆ, ਜਿਹੜਾ ਵੀ ਡਿਪਾਰਟਮੈਂਟ ਹੈ ਉਹ ਤੁਸੀਂ ਉਸ ਦੇ ਸਪੈਸ਼ਲਿਸਟ ਕੋਲ ਜਾਓ, ਸਪੈਸ਼ਲਿਸਟ ਕੋਲ ਜਾ ਕੇ ਉਹਦਾ ਪ੍ਰੋਪਰ ਇਲਾਜ ਕਰਾਓ, ਤਾਂ ਕਿ ਤੁਹਾਨੂੰ ਕੋਈ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ, ਤੁਹਾਨੂੰ ਟਾਈਮਲੀ ਟਰੀਟਮੈਂਟ ਮਿਲ ਜੇ। ਡਾਕਟਰ ਕੋਲ ਜਾਣ ਤੋਂ ਕਦੇ ਡਰੋ ਨਾ। ਡਾਕਟਰ ਨੂੰ ਆਪਣੀ ਜਿਹੜੀ ਸਲਾਹ ਹੈਗੀ ਆ, ਡਾਕਟਰ ਤੋਂ ਸਲਾਹ ਪ੍ਰੋਪਰ ਲਓ। ਜੇ ਤੁਹਾਡਾ ਨਹੀਂ ਮਨ ਮੰਨਦਾ ਡਾਕਟਰ ਦੇ ਉੱਤੇ, ਤੁਹਾਡੀ ਕਿਸੇ ਹੋਰ ਡਾਕਟਰ ਦੀ ਉਸੇ ਸਪੈਸ਼ਲਿਟੀ ਦੇ ਸਲਾਹ ਲੈ ਲਓ,
ਤਾਂ ਕਿ ਤੁਹਾਨੂੰ ਤੁਹਾਡਾ ਜਿਹੜਾ ਕਨਫਿਊਜ਼ਨ ਆ ਉਹ ਦੂਰ ਹੋ ਜੇ। ਪਰ ਡਾਕਟਰ ਦੀ ਸਲਾਹ ਦੇ ਨਾਲ ਚੱਲੋ। ਦੂਸਰੀ ਚੀਜ਼ ਇਹ ਆ, ਅੱਜ ਕੱਲ੍ਹ ਜ਼ਮਾਨਾ ਜਿਹੜਾ ਉਹ ਇੰਸ਼ੋਰੈਂਸ ਦਾ ਆ ਰਿਹਾ, ਕਿਉਂਕਿ ਸਰਜਰੀਜ਼ ਵਗੈਰਾ ਜਿਹੜੀਆਂ ਨੇ ਬਹੁਤ ਮਹਿੰਗੀਆਂ ਹੋ ਰਹੀਆਂ ਨੇ। ਮੇਰੀ ਇਹ ਸਲਾਹ ਵੀ ਰਹੂਗੀ ਵੀ ਤੁਸੀਂ ਆਪਣੀ ਜਿਹੜੀ ਮੈਡੀਕਲੇਮ ਇੰਸ਼ੋਰੈਂਸ ਆ ਉਹ ਜ਼ਰੂਰ ਕਰਾ ਕੇ ਰੱਖੋ, ਚਾਹੇ ਘੱਟ ਪੈਸਿਆਂ ਦੀ ਚਾਹੇ ਵੱਧ ਪੈਸਿਆਂ ਦੀ, ਉਹ ਕਦੇ ਵੀ ਤੁਹਾਨੂੰ ਮਹਿੰਗੀ ਨਹੀਂ ਪੈਂਦੀ। ਸੋ ਇਸ ਕਰਕੇ ਇਹ 2 ਸਲਾਹਾਂ ਮੈਂ ਮੇਨ ਦੇਣਾ ਚਾਹੂँगा। ਥੈਂਕ ਯੂ ਸਰ ਇਹ ਸਾਰੀ ਜਾਣਕਾਰੀ ਦੇ ਲਈ। ਥੈਂਕ ਯੂ ਤਮੰਨਾ। ਸੋ ਬਿਲਕੁਲ ਜਿੱਦਾਂ ਕਿ ਤੁਸੀਂ ਸੁਣਿਆ ਡਾਕਟਰ ਸਰ ਨੇ ਇਹੀ ਦੱਸਿਆ ਕਿ ਸਪੈਸ਼ਲਿਸਟ ਕੋ ਜਾਓ, ਜੋ ਵੀ ਪ੍ਰੋਬਲਮ ਹੈ, ਚਾਹੇ ਆਰਥਰਾइटिस ਦੀ ਹੈ ਚਾਹੇ ਕਿਸੇ ਹੋਰ ਡਿਪਾਰਟਮੈਂਟ ਰਿਲੇਟਡ ਹੈ, ਨੀਮ ਹਕੀਮ ਤੋਂ ਬਚੋ ਤੇ ਟਾਈਮਲੀ ਆਪਣਾ ਜੋ ਵੀ ਟ੍ਰੀਟਮੈਂਟ ਹੈ ਉਸ ਦੀ ਪ੍ਰੋਪਰ ਡਾਇਗਨੋਸਟਿਕ ਕਰਾਓ। ਡਾਇਗਨੋਸਿਸ ਕਰਾਓਗੇ ਤਾਂ ਹੀ ਟ੍ਰੀਟਮੈਂਟ ਵੀ ਜਿਹੜਾ ਟਾਈਮਲੀ ਕਰਾ ਪਾਓਗੇ। ਇਹੀ ਸਿਹਤ ਸਲਾਹ ਜਿਹੜੀ ਹੈ ਡਾਕਟਰ ਸਰ ਨੇ ਦਿੱਤੀ ਹੈ। ਅਗਲੀ ਵਾਰ ਫਿਰ ਤੋਂ ਮਿਲਾਂਗੇ ਕੁਝ ਹੋਰ ਹੈਲਥ ਟੌਪਿਕਸ ਦੇ ਨਾਲ। ਫਿਲਹਾਲ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।